प्यारे विद्यार्थियों, मेरे वालों सारिਆਂ ਨੂੰ प्यार भरी सत श्री अकाल। विद्यार्थियों, मैं तुहाडा पंजाबी अध्यापक कुलविंदर सिंह, सरकारी सीनियर सैकेंडरी स्कूल ਚੱਕ ਗਿਲਜੇਵਾਲਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, पंजाब। विद्यार्थियों, ਅੱਜ ਆਪਾਂ ਤੁਹਾਡੀ 12ਵੀਂ ਕਲਾਸ ਦੀ ਇਲੈਕਟਿਵ ਪੰਜਾਬੀ ਦੇ ਵਿੱਚੋਂ ਮੱਧਕਾਲੀਨ ਕਾਵਿ ਦੇ ਵਿੱਚੋਂ ਸਾਹਿਤ ਦੇ ਰੂਪ ਪੜ੍ਹਨ ਜਾ ਰਹੇ ਹਾਂ। ਤੇ ਸਾਹਿਤ ਦੇ ਰੂਪਾਂ ਦੇ ਵਿੱਚ ਅੱਜ ਆਪਾਂ ਨਿੱਕੀ ਕਹਾਣੀ ਬਾਰੇ ਪੜ੍ਹਾਂਗੇ। ਕਾਫੀ ਸਾਰੇ ਸਾਹਿਤ ਦੇ ਰੂਪ ਤੁਹਾਡੇ ਸਿਲੇਬਸ ਦੇ ਵਿੱਚ ਵਿਦਿਆਰਥੀਓ ਦਿੱਤੇ ਗਏ ਹੈ ਤੇ ਤੁਸੀਂ ਇਹ ਜਾਣ ਚੁੱਕੇ ਹੋ ਕਿ ਸਾਹਿਤ ਦੇ ਕਾਫੀ ਸਾਰੇ ਰੂਪ ਹੁੰਦੇ ਹੈ। ਕਵਿਤਾ, ਕਹਾਣੀ, ਕਾਫੀ, ਗਜ਼ਲ, ਨਿਬੰਧ, ਲੇਖ, ਨਾਵਲ ਤੇ ਹੋਰ ਵੀ ਕਾਫੀ। ਹਰ ਜਿਹੜਾ ਸਾਹਿਤ ਦਾ ਰੂਪ ਹੁੰਦਾ ਹੈ ਉਹਦੇ ਲਿਖਣ ਦੀ ਇੱਕ ਅਲੱਗ ਕਲਾ ਹੁੰਦੀ ਹੈ, ਉਹਨੂੰ ਲਿਖਣ ਦਾ ਇੱਕ ਅਲੱਗ ਤਰੀਕਾ ਹੁੰਦਾ ਹੈ ਤੇ ਉਹਦੇ ਲਿਖਣ ਦਾ ਇੱਕ ਅਲੱਗ ਉਦੇਸ਼ ਹੁੰਦਾ ਹੈ। ਹਰੇਕ ਸਾਹਿਤ ਦੇ ਰੂਪ ਨੂੰ ਅਲੱਗ-ਅਲੱਗ ਉਦੇਸ਼ ਸਾਹਮਣੇ ਰੱਖ ਕੇ ਲਿਖਿਆ ਜਾਂਦਾ ਹੈ ਤੇ ਉਸੇ ਤਰ੍ਹਾਂ ਹੀ ਜਿਹੜੀ ਨਿੱਕੀ ਕਹਾਣੀ ਹੈ ਉਹ ਇੱਕ ਅਲੱਗ ਤਰ੍ਹਾਂ ਦੀ ਵਿਧਾ ਹੈ ਜਿਹੜੀ ਤੁਹਾਡੇ ਸਿਲੇਬਸ ਦੇ ਵਿੱਚ ਵੀ ਦਿੱਤੀ ਗਈ ਹੈ ਤੇ ਬਹੁਤ ਸਾਰੇ ਲੇਖਕਾਂ ਨੇ ਨਿੱਕੀ ਕਹਾਣੀ ਲਿਖੀ ਹੈ। ਅੱਜ ਆਪਾਂ ਥੋੜ੍ਹਾ ਜਿਹਾ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਨਿੱਕੀ ਕਹਾਣੀ ਦੇ ਤੱਤ ਕੀ ਹੁੰਦੇ ਹੈ, ਨਿੱਕੀ ਕਹਾਣੀ ਹੈ ਕੀ, ਇਸ ਨੂੰ ਕਿਵੇਂ ਲਿਖਿਆ ਜਾਂਦਾ ਹੈ, ਇਹਦੇ ਬਾਰੇ ਅੱਜ ਦੀ ਆਪਾਂ ਲੈਕਚਰ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਆਓ ਆਪਾਂ ਆਪਣੇ ਵਿਸ਼ੇ ਵੱਲ ਵਧਦੇ ਹਾਂ। ਸਭ ਤੋਂ ਪਹਿਲੀ ਗੱਲ, ਜੇ ਅਸੀਂ ਨਿੱਕੀ ਕਹਾਣੀ ਬਾਰੇ ਕਰੀਏ ਪਿਆਰੇ ਵਿਦਿਆਰਥੀਓ, ਤਾਂ ਨਿੱਕੀ ਕਹਾਣੀ ਪੱਛਮੀ ਕਹਾਣੀ ਦੀ ਦੇਣ ਹੈ। ਸਾਹਿਤ ਸ਼ਬਦ ਦਾ ਅਰਥ ਹੀ ਪਿਆਰੇ ਵਿਦਿਆਰਥੀਓ ਇਹ ਹੁੰਦਾ ਹੈ ਕਿ ਜਿਹੜਾ ਸਾਰਿਆਂ ਦੇ ਹਿੱਤਾਂ ਲਈ ਲਿਖਿਆ ਜਾਵੇ। ਸਾਹਿਤ ਨੂੰ ਜੇ ਅਸੀਂ ਪੜ੍ਹਾਂਗੇ ਤਾਂ ਉਹ ਕਿਸੇ ਨਾ ਕਿਸੇ ਰੂਪ ਵਿੱਚ ਸਾਨੂੰ ਜੀਵਨ ਦੀ ਸੇਧ ਹੀ ਦੇਵੇਗਾ ਤੇ ਦੂਸਰਾ, ਚਾਹੇ ਉਹ ਕਿਸੇ ਵੀ ਭਾਸ਼ਾ ਦਾ ਸਾਹਿਤ ਹੋਵੇ। ਹਾਂ, ਇਹ ਜ਼ਰੂਰ ਹੁੰਦਾ ਕਿ ਚੰਗਾ ਸਾਹਿਤ ਤੇ ਕਈ ਵਾਰ ਉਹਦੇ ਵਿੱਚ ਮਾੜਾ ਸਾਹਿਤ ਵਿੱਚ ਆ ਜਾਂਦਾ ਹੈ, ਪਰ ਜਿਹੜਾ ਚੰਗਾ ਪਾਠਕ ਹੈ ਉਹ ਇਸ ਦਾ ਚੰਗੀ ਤਰ੍ਹਾਂ ਨਿਖੇੜਾ ਕਰਨਾ ਜਾਣਦਾ ਹੈ। ਉਸੇ ਤਰ੍ਹਾਂ ਹੀ ਜਿਹੜਾ ਚੰਗਾ ਸਾਹਿਤ ਹੁੰਦਾ ਹੈ ਉਹ ਸਾਰੀ ਦੁਨੀਆ ਦੇ ਉੱਪਰ ਪ੍ਰਭਾਵ ਪਾਉਂਦਾ ਹੈ ਤੇ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਹੁੰਦੀਆਂ ਚੰਗੇ ਲੇਖਕਾਂ ਦੀਆਂ ਲਿਖੀਆਂ, ਉਹ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਲਿਖੀਆਂ ਜਾਂਦੀਆਂ, ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਜਿਹੜੀ ਉਹਨਾਂ ਦੀ ਟਰਾਂਸਲੇਸ਼ਨ ਹੈ ਉਹ ਕੀਤੀ ਜਾਂਦੀ ਹੈ। ਉਸੇ ਤਰ੍ਹਾਂ ਹੀ ਜਿਹੜੀ ਨਿੱਕੀ ਕਹਾਣੀ ਹੈ ਉਹ ਪੱਛਮੀ ਕਹਾਣੀ ਦੀ ਅਸੀਂ ਦੇਣ ਇਸੇ ਲਈ ਮੰਨਦੇ ਹਾਂ ਕਿ ਪੱਛਮੀ ਸਾਹਿਤ ਦੇ ਵਿੱਚ ਜਿਹੜੀ ਨਿੱਕੀ ਕਹਾਣੀ ਹੈ ਉਹ ਲਿਖੀ ਜਾਂਦੀ ਸੀ ਤੇ ਹੌਲੀ-ਹੌਲੀ ਇਹ ਜਿਹੜੀ ਕਲਾ ਹੈ ਉਹ ਸਾਡੇ ਸਾਹਿਤ ਦੇ ਵਿੱਚ ਵੀ ਆ ਗਈ। ਆਮ ਕਰਕੇ ਤੁਹਾਨੂੰ ਕਹਾਣੀਆਂ ਲਿਖੀਆਂ ਹੋਈਆਂ ਜਿਹੜੀਆਂ ਮਿਲਣਗੀਆਂ, ਪਹਿਲਾਂ ਬਹੁਤ ਲੰਬੀਆਂ ਕਹਾਣੀਆਂ ਹੁੰਦੀਆਂ ਸੀ। ਤੁਹਾਡੇ ਸਿਲੇਬਸ ਦੇ ਵਿੱਚ ਵੀ ਜਿਹੜੀਆਂ ਛੋਟੀਆਂ ਕਹਾਣੀਆਂ ਉਹ ਦਿੱਤੀਆਂ ਹੁੰਦੀਆਂ। ਇਸ ਦੇ ਆਪਣੇ ਅਲੱਗ ਗੁਣ ਹੁੰਦੇ ਹੈ। ਵੱਡੀ ਕਹਾਣੀ ਦੀ ਆਪਣੀ ਅਹਿਮੀਅਤ ਹੈ, ਛੋਟੀ ਕਹਾਣੀ ਦੀ ਆਪਣੀ ਅਹਿਮੀਅਤ ਹੈ। ਨਿੱਕੀ ਕਹਾਣੀ ਦਾ ਜਿਹੜਾ ਰੂਪ ਹੁੰਦਾ ਪਿਆਰੇ ਵਿਦਿਆਰਥੀਓ ਉਹ ਇਕਹਿਰਾ ਹੁੰਦਾ ਹੈ। ਇਹ ਕਿਸੇ ਇੱਕ ਘਟਨਾ ਦਾ ਭਾਵੁਕ ਤੇ ਕਲਾਤਮਕ ਪ੍ਰਗਟਾ ਕਰਦੀ ਹੈ। ਨਿੱਕੀ ਕਹਾਣੀ ਆਪਣੇ ਨਾਟਕੀ ਗੁਣਾਂ ਕਾਰਨ ਪਾਠਕ ਨੂੰ ਵਧੇਰੇ ਪ੍ਰਭਾਵਿਤ ਕਰਦੀ ਹੈ। ਨਿੱਕੀ ਕਹਾਣੀ ਦਾ ਆਰੰਭ ਝਟਪਟਾ, ਤਿੱਖਾ ਤੇ ਹੈਰਾਨੀਜਨਕ ਹੁੰਦਾ ਹੈ ਤੇ ਨਿੱਕੀ ਕਹਾਣੀ ਇੱਕ ਬੈਠਕ ਵਿੱਚ ਪੜ੍ਹੀ ਜਾਣ ਵਾਲੀ ਰਚਨਾ ਮੰਨੀ ਜਾਂਦੀ ਹੈ। ਹੁਣ ਨਿੱਕੀ ਕਹਾਣੀ ਦੀ ਜ਼ਰੂਰਤ ਕਿਉਂ ਪਈ? ਨਾਵਲ ਤੁਸੀਂ ਪੜ੍ਹਦੇ ਹੋ, ਨਾਵਲ ਇੱਕ ਬਹੁਤ ਲੰਬੀ ਕਹਾਣੀ ਹੁੰਦਾ ਜਿਹੜਾ ਕਿ ਜੀਵਨ ਦੇ ਤਕਰੀਬਨ ਸਾਰੇ ਪੱਖਾਂ ਨੂੰ ਉਹ ਕਵਰ ਕਰਦਾ ਹੈ ਆਪਣੀ ਕਹਾਣੀ ਦੇ ਵਿੱਚ, ਪਰ ਹਰ ਕੋਲੇ ਇੰਨਾ ਸਮਾਂ ਨਹੀਂ ਹੈ ਕਿ ਉਹ ਨਾਵਲ ਨੂੰ ਪੜ੍ਹ ਸਕੇ। ਉਸ ਤੋਂ ਬਾਅਦ ਜਿਹੜੀਆਂ ਫਿਰ ਕਹਾਣੀਆਂ ਲਿਖਣ ਦੀ ਜਿਹੜੀ ਪ੍ਰਥਾ ਉਹ ਸ਼ੁਰੂ ਹੋਈ। ਫਿਰ ਕਹਾਣੀਆਂ ਵੀ 10 ਪੇਜ, 15 ਪੇਜ, 18 ਪੇਜ, 20 ਪੇਜ ਤੱਕ ਜਿਹੜੀਆਂ ਕਹਾਣੀਆਂ ਹੈ ਉਹ ਲਿਖੀਆਂ ਜਾਂਦੀਆਂ ਸੀ। ਤੇ ਉਸ ਤੋਂ ਬਾਅਦ ਜਦੋਂ ਉਸ ਲਈ ਵੀ ਇਹ ਲੋੜ ਮਹਿਸੂਸ ਕੀਤੀ ਗਈ ਕਿ ਪਾਠਕ ਨੂੰ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਚੰਗੀ ਸਿੱਖਿਆ ਦਿੰਦੀ ਹੋਈ ਕੋਈ ਜਿਹੜੀ ਨਵੀਂ ਵਿਧਾ ਉਹ ਅਪਣਾਈ ਜਾਵੇ, ਤਾਂ ਫਿਰ ਪੱਛਮੀ ਸਾਹਿਤ ਦੇ ਪ੍ਰਭਾਵ ਅਧੀਨ ਜਿਹੜੀ ਨਿੱਕੀ ਕਹਾਣੀ ਹੈ ਉਸ ਨੂੰ ਅਪਣਾਇਆ ਗਿਆ। ਨਿੱਕੀ ਕਹਾਣੀ ਹੈ ਕੀ? ਸਾਨੂੰ ਇਹ ਜ਼ਰੂਰ ਪਰਿਭਾਸ਼ਿਤ ਇੱਥੇ ਕਰਨਾ ਪਏਗਾ ਤੇ ਤੁਹਾਨੂੰ ਇਹ ਸਮਝਣਾ ਪਏਗਾ ਕਿ ਨਿੱਕੀ ਕਹਾਣੀ ਅਸਲ ਦੇ ਵਿੱਚ ਹੈ ਕੀ, ਕਿਉਂਕਿ ਕਹਾਣੀਆਂ ਤੁਹਾਡੇ ਸਿਲੇਬਸ ਦੇ ਵਿੱਚ ਦਿੱਤੀਆਂ। ਇੱਕ ਕਹਾਣੀ ਦੇ ਮੰਨ ਲਓ 10 ਪੇਜ ਹੈ, ਇੱਕ ਦੇ 15 ਪੇਜ ਹੈ, ਇੱਕ ਦੇ 2 ਪੇਜ ਹੈ, ਇੱਕ ਦੇ 5 ਪੇਜ ਹੈ, ਤਾਂ ਅਸੀਂ ਨਿੱਕੀ ਕਹਾਣੀ ਕਿਸ ਨੂੰ ਕਹਾਂਗੇ?
ਉਸੇ ਨੂੰ ਹੀ ਅਸੀਂ ਇੱਥੇ ਪੜ੍ਹਨ ਜਾਣਨ ਦੀ ਕੋਸ਼ਿਸ਼ ਕਰਾਂਗੇ। ਵੈਸੇ ਉੱਪਰ ਆਪਾਂ ਜਾਣ ਚੁੱਕੇ ਹਾਂ ਕਿ ਨਿੱਕੀ ਕਹਾਣੀ ਜਿਹੜੀ ਹੈ ਉਹ ਇੱਕ ਬੈਠਕ ਦੇ ਵਿੱਚ ਪੜ੍ਹੀ ਜਾ ਸਕੇ। ਇੱਕ ਬੈਠਕ ਤੋਂ ਭਾਵ ਕਿ ਇੱਕ ਵਾਰੀ ਅਸੀਂ ਬੈਠ ਗਏ, ਉਹਨੂੰ ਬੈਠਣ 'ਤੇ ਚਾਹੇ 10 ਮਿੰਟ ਲੱਗੇ, ਅੱਧਾ ਘੰਟਾ 2 ਘੰਟੇ ਲੱਗਣ, ਵੀ ਉਸ ਕਹਾਣੀ ਨੂੰ ਅਸੀਂ ਪੜ੍ਹ ਕੇ ਹੀ ਉੱਠ ਗਏ, ਉਸ ਕਹਾਣੀ ਨੂੰ ਛੱਡਣਾ ਨਾ ਪਵੇ, ਉਸ ਨੂੰ ਅਸੀਂ ਨਿੱਕੀ ਕਹਾਣੀ ਦੀ ਸ਼੍ਰੇਣੀ ਦੇ ਵਿੱਚ ਰੱਖ ਸਕਦੇ ਹਾਂ। ਨਿੱਕੀ ਕਹਾਣੀ ਨੂੰ ਪਿਆਰੇ ਵਿਦਿਆਰਥੀਓ ਵੱਖ-ਵੱਖ ਵਿਦਵਾਨਾਂ ਨੇ ਪਰਿਭਾਸ਼ਿਤ ਕਰਨ ਦਾ ਯਤਨ ਕੀਤਾ। ਕਹਾਣੀ ਨੂੰ ਘੋੜ ਦੌੜ ਨਾਲ ਤੁਲਨਾਇਆ ਗਿਆ। ਕਹਿੰਦੇ ਘੋੜ ਦੌੜ ਨਾਲ ਕਿਵੇਂ ਤੁਲਨਾਇਆ ਗਿਆ ਕਿ ਇੱਕ ਘੋੜ ਦੌੜ ਹੁੰਦੀ ਹੈ, ਸ਼ੁਰੂ ਹੁੰਦੀ ਹੈ, ਘੋੜਾ ਇੱਕਦਮ ਦੌੜ ਕੇ ਤੁਹਾਡੇ ਕੋਲ ਦੀ ਲੰਘ ਜਾਂਦਾ ਹੈ ਤੇ ਉਹ ਦੌੜਦਾ ਹੋਇਆ ਘੋੜਾ ਸਾਨੂੰ ਇੱਕ ਛੋਟਾ ਜਿਹਾ ਆਨੰਦ ਦੇ ਕੇ ਚਲਾ ਜਾਂਦਾ ਹੈ। ਅਸਲ ਵਿੱਚ ਨਿੱਕੀ ਕਹਾਣੀ ਗਲਪ ਸਾਹਿਤ ਦਾ ਇੱਕ ਰੂਪ ਹੈ। ਜਿਵੇਂ ਆਪਾਂ ਘੋੜ ਦੌੜ ਨਾਲ ਇਹਦੀ ਤੁਲਨਾ ਕੀਤੀ ਕਿ ਉਹ ਇੱਕ ਛੋਟਾ ਜਿਹਾ ਅਨੁਭਵ ਹੁੰਦਾ ਹੈ ਜਿਸ ਨੂੰ ਅਸੀਂ ਦੇਖਦੇ ਹਾਂ ਤੇ ਜਿਹੜੇ ਉਸ ਤੋਂ ਅੱਗੇ ਅਸੀਂ ਆਪਦੇ ਕੰਮ ਕਰਨ ਲਈ ਲੰਘ ਜਾਂਦੇ ਹਾਂ। ਉਵੇਂ ਹੀ ਜਿਹੜੀ ਨਿੱਕੀ ਕਹਾਣੀ ਹੈ ਉਹ ਇੱਕ ਗਲਪ ਸਾਹਿਤ ਦਾ ਇੱਕ ਐਸਾ ਰੂਪ ਹੈ ਜਿਹੜਾ ਸਾਨੂੰ ਇੱਕ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਇੱਕ ਅਲੱਗ ਆਨੰਦ ਤੇ ਅਲੱਗ ਸਿੱਖਿਆ ਦੇ ਕੇ ਅੱਗੇ ਉਹ ਤੁਰ ਜਾਂਦਾ ਹੈ। ਇਹ ਨਾਵਲ ਦਾ ਸੰਖੇਪ ਜਾਂ ਇੱਕ ਕਾਂਡ ਨਹੀਂ। ਕੁਝ ਗੱਲਾਂ ਤੁਸੀਂ ਜ਼ਰੂਰ ਇੱਥੇ ਨੋਟ ਕਰਿਓ ਕਿ ਨਿੱਕੀ ਕਹਾਣੀ ਇਹ ਨਹੀਂ ਕਿ ਇੱਕ ਬਹੁਤ ਵੱਡਾ ਨਾਵਲ ਲਿਖਿਆ ਹੋਇਆ ਤਾਂ ਉਹਦੇ ਇੱਕ ਕਾਂਡ ਨੂੰ ਛੋਟਾ ਜਿਹਾ ਕਰਕੇ ਲਿਖਤਾ ਤੇ ਉਹ ਕਹਤਾ ਕਿ ਨਿੱਕੀ ਕਹਾਣੀ ਨਹੀਂ, ਜਾਂ ਇਹ ਕਹਿਤਾ ਕਿ ਜਿਹੜਾ ਨਾਵਲ ਹੈ ਉਹ ਨਿੱਕੀ ਕਹਾਣੀਆਂ ਦਾ ਸੰਗ੍ਰਹਿ ਹੈ, ਨਹੀਂ, ਉਹਦਾ ਇੱਕ ਆਪਦਾ ਆਧਾਰ ਹੈ। ਇਹ ਨਾਵਲ ਦਾ ਸੰਖੇਪ ਜਾਂ ਇਸ ਦਾ ਇੱਕ ਕਾਂਡ ਨਹੀਂ, ਸਗੋਂ ਇੱਕ ਸੁਤੰਤਰ ਰੂਪ ਹੈ। ਅਸੀਂ ਕਹਿ ਸਕਦੇ ਹਾਂ ਕਿ ਨਿੱਕੀ ਕਹਾਣੀ ਜੀਵਨ ਜਾਂ ਜਗਤ ਦੇ ਕਿਸੇ ਇੱਕ ਪੱਖ ਜਾਂ ਇਕਹਿਰੀ ਨਾਂ ਦਾ ਅਜਿਹਾ ਭਾਵੁਕ ਚਿਤਰਣ ਹੈ ਕਿ ਉਸ ਦੇ ਵੇਗ ਨਾਲ ਉਸ ਪੱਖ ਦੀ ਧੁਰ ਤੱਕ ਗਹਿਰਾਈ ਨੂੰ ਅਸੀਂ ਸਮਝ ਸਕਦੇ ਹਾਂ। ਤਾਂ ਪਿਆਰੇ ਵਿਦਿਆਰਥੀਓ, ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਨਿੱਕੀ ਕਹਾਣੀ ਹੈ ਉਹ ਆਪਦੇ ਆਪ ਵਿੱਚ ਇੱਕ ਸੁਤੰਤਰ ਵਿਧਾ ਹੈ। ਉਹਦੇ ਵਿੱਚ ਜਿਹੜੀ ਗੱਲ ਕੀਤੀ ਗਈ ਹੈ ਉਹ ਆਪਣੀ ਸੰਪੂਰਨਤਾ ਉਸ ਕਹਾਣੀ ਦੇ ਵਿੱਚ ਹੀ ਪ੍ਰਾਪਤ ਕਰਦੀ ਹੈ। ਉਹ ਕਿਸੇ ਨਾਵਲ ਦਾ ਜਾਂ ਕਿਸੇ ਬਹੁਤ ਵੱਡੀ ਕਹਾਣੀ ਦਾ ਹਿੱਸਾ ਨਹੀਂ ਹੁੰਦੀ। ਨਿੱਕੀ ਕਹਾਣੀ ਦਾ ਆਪਣਾ ਆਨੰਦ ਹੈ, ਉਸਨੇ ਆਪਣੀ ਜਿਹੜੀ ਅਲੱਗ ਸਿੱਖਿਆ ਹੈ ਉਹ ਸਾਨੂੰ ਦੇਣੀ। ਆਓ ਹੁਣ ਆਪਾਂ ਅੱਗੇ ਨਿੱਕੀ ਕਹਾਣੀ ਦੇ ਗੁਣਾਂ ਬਾਰੇ ਪੜ੍ਹਦੇ ਹਾਂ, ਉਹਦੇ ਤੱਤਾਂ ਬਾਰੇ ਪੜ੍ਹਦੇ ਹਾਂ ਕਿ ਨਿੱਕੀ ਕਹਾਣੀ ਦੇ ਅਸਲ ਵਿੱਚ ਗੁਣ ਕੀ ਹੁੰਦੇ ਹੈ, ਇਹਨੂੰ ਨਿੱਕੀ ਕਹਾਣੀ ਕਿਉਂ ਕਿਹਾ ਜਾਂਦਾ ਤੇ ਕੀ ਇਹਦੇ ਵਿੱਚ ਖਾਸੀਅਤ ਹੋਣੀ ਚਾਹੀਦੀ ਹੈ। ਨਿੱਕੀ ਕਹਾਣੀ ਦਾ ਪਹਿਲਾ ਗੁਣ ਇਹ ਹੈ ਨਿੱਕਾ ਆਕਾਰ। ਜਿਵੇਂ ਤੁਸੀਂ ਨਾਵਲ ਦੇਖਦੇ ਹੋਗੇ, ਤੁਹਾਡੇ ਲਾਇਬ੍ਰੇਰੀਆਂ ਦੇ ਵਿੱਚ ਪਏ ਤੁਸੀਂ ਨਾਵਲ ਪੜ੍ਹੇ ਵੀ ਹੋਣੇ ਹੈ, ਕੁਝ ਕੁ ਤੁਸੀਂ ਬਹੁਤ ਵੱਡੀਆਂ ਕਹਾਣੀਆਂ ਵੀ ਪੜ੍ਹੀਆਂ ਹੋਣੀਆਂ। ਤਾਂ ਨਿੱਕੀ ਕਹਾਣੀ ਦਾ ਇੱਕ ਤਾਂ ਪਹਿਲਾ ਗੁਣ ਇਹ ਹੈ ਕਿ ਇਸ ਦਾ ਆਕਾਰ ਛੋਟਾ ਹੋਣਾ ਚਾਹੀਦਾ। ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਇੱਕ ਬੈਠਕ ਦੇ ਵਿੱਚ ਜਿਹੜੀ ਚੀਜ਼ ਪੜ੍ਹੀ ਜਾ ਸਕੇ, ਜਿਹੜੀ ਕਹਾਣੀ ਪੜ੍ਹੀ ਜਾ ਸਕੇ, ਉਸ ਨੂੰ ਅਸੀਂ ਨਿੱਕੀ ਕਹਾਣੀ ਕਹਿ ਸਕਦੇ ਹਾਂ, ਚਾਹੇ ਉਹ 2 ਪੇਜ ਦੀ ਹੋਵੇ, ਚਾਹੇ 5 ਪੇਜ ਦੀ ਹੋਵੇ, ਜਾਂ 10 ਪੇਜ ਦੀ ਹੋਵੇ। ਇਹ ਨਿਰਭਰ ਕਰਦਾ ਹੈ ਕਿ ਇੱਕ ਬੈਠਕ ਦੇ ਵਿੱਚ ਕੀ ਉਹ ਸਾਨੂੰ ਬੰਨ੍ਹ ਕੇ ਰੱਖ ਸਕਦੀ ਹੈ, ਕੀ ਉਹ ਸਾਨੂੰ ਉਹ ਲਿਖਤ ਜਿਹੜੀ ਉਹ ਸਾਨੂੰ ਮਜਬੂਰ ਕਰ ਸਕਦੀ ਹੈ ਕਿ ਇੱਕ ਬੈਠਕ ਦੇ ਵਿੱਚ ਅਸੀਂ ਉਸ ਨੂੰ ਪੂਰਾ ਕਰਕੇ ਹੀ ਉੱਠਾਂਗੇ। ਇਹ ਉਸ ਦੇ ਵਿਸ਼ਾ ਵਸਤੂ ਵਗੈਰਾ 'ਤੇ ਉਸ ਲਿਖਤ ਦੀ ਜਿਹੜੀ ਪ੍ਰਭਾਵ ਉਹਦੀ ਇਕਾਗਰਤਾ ਹੈ ਉਹਦੇ 'ਤੇ ਨਿਰਭਰ ਕਰਦਾ ਹੈ। ਤਾਂ ਇਹ ਨਿੱਕੀ ਕਹਾਣੀ ਦਾ ਪਹਿਲਾ ਗੁਣ ਹੈ ਪਿਆਰੇ ਵਿਦਿਆਰਥੀਓ। ਨਿੱਕੀ ਕਹਾਣੀ ਜ਼ਿੰਦਗੀ ਦੀ ਸਮੁੱਚਤਾ ਪੇਸ਼ ਕਰਨ ਦੀ ਥਾਂ ਜ਼ਿੰਦਗੀ ਦੇ ਵਿਸ਼ੇਸ਼ ਅਨੁਭਵ ਦਾ ਬਹੁਪੱਖੀ ਪ੍ਰਗਟਾ ਹੁੰਦਾ ਹੈ ਕਿ ਜੀਵਨ ਦੀ ਛੋਟੀ ਜਿਹੀ ਘਟਨਾ ਨੂੰ ਲੈ ਕੇ ਉਸ ਬਾਰੇ ਜਿਹੜਾ ਇਹ ਪ੍ਰਗਟਾਅ ਨਿੱਕੀ ਕਹਾਣੀ ਕਰਦੀ ਹੈ ਤੇ ਉਹਨਾਂ ਕਿ ਇਹਦੇ ਵਿੱਚ ਜ਼ਿਕਰ ਹੁੰਦਾ, ਸਾਰੇ ਜੀਵਨ ਦਾ ਜਿਹੜਾ ਜ਼ਿਕਰ ਆ ਉਹ ਇਸ ਦੇ ਵਿੱਚ ਨਹੀਂ ਹੁੰਦਾ। ਦੂਸਰਾ ਜਿਹੜਾ ਇਹਦਾ ਗੁਣ ਹੋਣਾ ਚਾਹੀਦਾ ਹੈ ਨਿੱਕੀ ਕਹਾਣੀ ਦਾ, ਉਹ ਹੈ ਪ੍ਰਭਾਵ ਦੀ ਇਕਾਗਰਤਾ। ਦੇਖੋ, ਆਪਾਂ ਗੱਲ ਕਰ ਰਹੇ ਸੀ ਇੱਕ ਬੈਠਕ ਦੀ। ਇੱਕ ਬੈਠਕ ਕਿਵੇਂ ਹੋਵੇਗੀ? ਜੇ ਅਸੀਂ ਕਿਸੇ ਚੀਜ਼ ਨੂੰ ਪੜ੍ਹਦੇ ਹਾਂ ਤਾਂ ਜੇ ਉਹ ਸਾਡੇ 'ਤੇ ਪ੍ਰਭਾਵ ਪਾ ਰਹੀ ਹੈ, ਜੇ ਸਾਨੂੰ ਕੋਈ ਇੱਕ ਘਟਨਾ ਦੇ ਨਾਲ ਕਹਾਣੀ ਸ਼ੁਰੂ ਹੋਈ, ਸਾਨੂੰ ਇਹ ਲੱਗਿਆ ਕਿ ਇਹ ਘਟਨਾ ਤਾਂ ਬਹੁਤ ਦਿਲਚਸਪ ਹੈ, ਅੱਗੇ ਕੀ ਹੋਵੇਗਾ, ਅੱਗੇ ਕੀ ਹੋਵੇਗਾ, ਅੱਗੇ ਕੀ ਹੋਵੇਗਾ। ਜਦੋਂ ਸਾਡੇ ਵਿੱਚ ਇਹ ਉਤਸੁਕਤਾ ਵੱਧਦੀ ਹੀ ਜਾਵੇ ਤਾਂ ਸਮਝ ਲਵੋ ਕਿ ਜਿਹੜੀ ਲਿਖਤ ਅਸੀਂ ਪੜ੍ਹ ਰਹੇ ਹਾਂ ਉਹ ਬਹੁਤ ਪ੍ਰਭਾਵਸ਼ਾਲੀ ਹੈ ਤੇ ਉਹ ਸਾਡੇ 'ਤੇ ਬਹੁਤ ਚੰਗਾ ਪ੍ਰਭਾਵ ਪਾ ਰਹੀ ਹੈ। ਫਿਰ ਪ੍ਰਭਾਵ ਦੀ ਇਕਾਗਰਤਾ, ਕਿ ਸਾਡੀ ਇਕਾਗਰਤਾ ਨਾ ਟੁੱਟੇ, ਕਿ ਇਹ ਨਹੀਂ ਕਿ ਕਹਾਣੀ ਜਿਹੜੀ ਹੈ ਪਹਿਲਾਂ ਉਹਨੇ ਇੱਕ ਗੱਲ ਸ਼ੁਰੂ ਕੀਤੀ, ਫਿਰ ਉਹ ਕਿਤੇ ਹੋਰ ਹੀ ਚਲੀ ਗਈ, ਫਿਰ ਕਿਤੇ ਹੋਰ ਚਲੀ ਗਈ,
ਤਾਂ ਇਹਦੇ ਨਾਲ ਜਿਹੜੀ ਸਾਡੀ ਇਕਾਗਰਤਾ ਉਹ ਟੁੱਟਦੀ ਹੈ। ਕਹਾਣੀ ਦੇ ਵਿੱਚ ਜਿਹੜੀਆਂ ਘਟਨਾਵਾਂ ਉਹਦੀ ਲੜੀ ਜੁੜਨੀ ਚਾਹੀਦੀ ਹੈ, ਉਹ ਇੱਕ ਚੰਗੇ ਵਾਰਤਾਲਾਪਾਂ ਦਾ ਜਿਹੜਾ ਮਿਲਾਪ ਹੋਣਾ ਚਾਹੀਦਾ ਉਹਦੇ ਵਿੱਚ। ਤਾਂ ਪ੍ਰਭਾਵ ਦੀ ਇਕਾਗਰਤਾ ਉਸ ਦਾ ਦੂਜਾ ਮੁੱਖ ਗੁਣ ਹੈ। ਨਿੱਕੀ ਕਹਾਣੀ ਵਿੱਚ ਪ੍ਰਭਾਵ ਦੀ ਇਕਾਗਰਤਾ ਦਾ ਹੋਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਨਿੱਕੀ ਕਹਾਣੀ ਵਿੱਚ ਇਕਹਿਰੀ ਘਟਨਾ ਦਾ ਬਿਆਨ ਹੋਣਾ ਚਾਹੀਦਾ ਕਿ ਵਿਸਥਾਰ ਨਹੀਂ ਹੋਣਾ ਚਾਹੀਦਾ। ਨਿੱਕੀ ਕਹਾਣੀ ਦੇ ਵਿੱਚ ਤੁਸੀਂ ਜਿਹੜੇ ਨਿੱਕੀ ਕਹਾਣੀਆਂ ਪੜ੍ਹਦੇ ਹੋਵੋਗੇ ਉਹਨਾਂ 'ਚ ਬਹੁਤਾ ਵਿਸਥਾਰ ਨਹੀਂ ਹੁੰਦਾ, ਨਾ ਉਹਦੇ ਵਿੱਚ ਲੇਖਕ ਆਪਦੇ ਵੱਲੋਂ ਬਹੁਤ ਜ਼ਿਆਦਾ ਹਵਾਲੇ ਪੇਸ਼ ਕਰਦਾ ਹੈ। ਨਿੱਕੀ ਕਹਾਣੀ ਵਿੱਚ ਇਕਹਿਰੀ ਘਟਨਾ ਦਾ ਬਿਆਨ ਹੋਣਾ ਚਾਹੀਦਾ ਹੈ। ਨਿੱਕੀ ਕਹਾਣੀ ਦੀ ਘਟਨਾ ਮਨ ਉੱਪਰ ਪ੍ਰਭਾਵ ਪਾ ਸਕਣ ਦੇ ਸਮਰੱਥ ਹੋਣੀ ਚਾਹੀਦੀ ਹੈ। ਕਈ ਵਾਰ ਲੇਖਕ ਅਜਿਹੀਆਂ ਘਟਨਾਵਾਂ ਦੀ ਚੋਣ ਕਰ ਲੈਂਦਾ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਵਧੇਰੇ ਸਾਰਥਿਕਤਾ ਨਹੀਂ ਹੁੰਦੀ, ਇਸ ਲਈ ਕਹਾਣੀ ਸਫਲਤਾ ਪ੍ਰਾਪਤ ਨਹੀਂ ਕਰ ਸਕਦੀ। ਪ੍ਰਭਾਵ ਦੀ ਇਕਾਗਰਤਾ ਨਿੱਕੀ ਕਹਾਣੀ ਨੂੰ ਅਰਥਪੂਰਨ ਬਣਾਉਂਦੀ ਹੈ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਪਿਆਰੇ ਵਿਦਿਆਰਥੀਓ ਕਿ ਇੱਕ ਬੈਠਕ ਦੇ ਵਿੱਚ ਜੇ ਅਸੀਂ ਬੈਠਣਾ ਹੈ ਤਾਂ ਜੋ ਵੀ ਲਿਖਤ ਹੈ ਉਹਦੇ ਵਿੱਚ ਇਹ ਤਾਕਤ ਹੋਣੀ ਚਾਹੀਦੀ ਹੈ ਕਿ ਉਹ ਸਾਨੂੰ ਬੰਨ੍ਹ ਕੇ ਰੱਖ ਸਕੇ, ਉਹ ਸਾਨੂੰ ਜੋੜ ਕੇ ਰੱਖ ਸਕੇ। ਫਿਰ ਹੀ ਅਸੀਂ ਇੱਕ ਬੈਠਕ ਦੇ ਵਿੱਚ ਕਿਸੇ ਲਿਖਤ ਨੂੰ ਪੜ੍ਹ ਸਕਦੇ ਹਾਂ। ਅਤੇ ਇਹ ਚੀਜ਼ ਤਾਂ ਹੀ ਹੋਵੇਗੀ ਜੇ ਉਸ ਲਿਖਤ ਦੇ ਵਿੱਚ ਪ੍ਰਭਾਵ ਦੀ ਇਕਾਗਰਤਾ ਹੈ। ਜੋ ਪ੍ਰਭਾਵ ਉਹਨੇ ਸ਼ੁਰੂ ਤੋਂ ਪਾਉਣਾ ਸ਼ੁਰੂ ਕੀਤਾ ਲਗਾਤਾਰ ਸਾਡੇ 'ਤੇ ਉਹ ਪ੍ਰਭਾਵ ਛੱਡ ਰਹੀ ਹੈ ਅਤੇ ਅਸੀਂ ਉਸ ਪੜ੍ਹਤ ਦੇ ਵਿੱਚ ਖੁੱਭਦੇ ਜਾ ਰਹੇ ਹਾਂ, ਤਾਂ ਹੀ ਅਸੀਂ ਉਸ ਲਿਖਤ ਨੂੰ ਇੱਕ ਸਫਲ ਕਹਾਣੀ ਮੰਨ ਸਕਦੇ ਹਾਂ। ਹੁਣ ਪਿਆਰੇ ਵਿਦਿਆਰਥੀਓ, ਅਗਲਾ ਗੁਣ ਹੋਣਾ ਚਾਹੀਦਾ ਹੈ ਕਲਾਤਮਿਕਤਾ। ਕਲਾਤਮਿਕਤਾ ਕੀ ਹੁੰਦੀ ਹੈ? ਲੇਖਕ ਜੋ ਵੀ ਕਹਾਣੀ ਲਿਖਣਾ ਕੀ ਹੈ? ਇੱਕ ਕਲਾ ਹੈ। ਅਤੇ ਉਸ ਕਲਾ ਦੇ ਵਿੱਚ ਕੀ ਗੁਣ ਹੋਣੇ ਚਾਹੀਦੇ ਹੈ ਕਿ ਜੇ ਅਸੀਂ ਕਿਸੇ ਘਟਨਾ, ਜਿਵੇਂ ਆਪਾਂ ਕਹਿ ਰਹੇ ਕਿ ਜੀਵਨ ਦੇ ਇੱਕ ਦੋ ਪੱਖਾਂ ਨੂੰ ਹੀ ਜਿਹੜੀ ਨਿੱਕੀ ਕਹਾਣੀਆਂ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ, ਉਹਨਾਂ ਘਟਨਾਵਾਂ ਦੀ ਸਹੀ ਚੋਣ ਕਰਨਾ, ਸਹੀ ਤਰੀਕੇ ਨਾਲ ਉਹਨਾਂ ਘਟਨਾਵਾਂ ਨੂੰ ਇੱਕ ਤਰਤੀਬ ਦੇਣੀ, ਤਰਤੀਬ ਦੇ ਕੇ ਉਸ ਕਹਾਣੀ ਦੇ ਸਹੀ ਅੰਤ ਵੱਲ ਵਧਣਾ, ਇਹੀ ਕਲਾ ਹੁੰਦੀ ਹੈ। ਇਸੇ ਨੂੰ ਕਹਿੰਦੇ ਹੈ ਕਲਾਤਮਕ ਗੁਣ। ਨਿੱਕੀ ਕਹਾਣੀ ਕਿਸੇ ਨਾਟਕੀ ਘਟਨਾ ਦਾ ਕਲਾਤਮਕ ਪ੍ਰਗਟਾਅ ਹੁੰਦੀ ਹੈ ਕਿ ਜਿਹੜੀ ਘਟਨਾ ਦਾ ਜ਼ਿਕਰ ਲੇਖਕ ਕਰਨਾ ਚਾਹੁੰਦਾ ਹੈ ਉਹ ਕਲਾਤਮਕ ਤਰੀਕੇ ਨਾਲ ਉਸ ਘਟਨਾ ਦਾ ਪ੍ਰਗਟਾਅ ਕਰੇ, ਨਾ ਕਿ ਇੱਕ ਸਰਬ ਸਾਂਝੇ ਤਰੀਕੇ ਨਾਲ ਕਿ ਜਿਹੜੀ ਐਂ ਲੱਗੇ ਕਿ ਨਹੀਂ ਇਹ ਤਾਂ ਪਹਿਲਾਂ ਸੁਣੀ ਸੁਣਾਈ ਗੱਲ ਹੈ, ਜਾਂ ਇਹ ਕਿਸੇ ਹੋਰ ਕਹਾਣੀ ਦਾ ਸਾਨੂੰ ਐਂ ਲੱਗਦਾ ਕਿ ਕਿਤੇ ਅਸੀਂ ਇਹ ਚੀਜ਼ ਪੜ੍ਹੀ ਹੋਈ ਹੈ ਜਾਂ ਅਸੀਂ ਕਿਤੇ ਜਾਣੀ ਹੋਈ ਹੈ। ਕਿ ਉਸ ਦੀ ਮੌਲਿਕਤਾ ਉਹਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ, ਅਤੇ ਮੌਲਿਕਤਾ ਹੋਣ ਦੇ ਨਾਲ ਨਾਲ ਉਸਨੇ ਜਿਸ ਘਟਨਾ ਅਤੇ ਜਿਸ ਵਿਸ਼ੇ ਨੂੰ ਛੋਹਿਆ ਉਹਦੇ ਵਿੱਚ ਇੱਕ ਨਵਾਂਪਣ ਹੋਣਾ ਬਹੁਤ ਜ਼ਰੂਰੀ ਹੈ। ਨਿੱਕੀ ਕਹਾਣੀ ਸਿੱਧੀ ਬਿਆਨਬਾਜ਼ੀ ਨਹੀਂ ਹੋ ਸਕਦੀ ਕਿ ਸਾਨੂੰ ਐਂ ਨਾ ਲੱਗੇ ਕਿ ਕੋਈ ਭਾਸ਼ਣ ਦੇ ਰਿਹਾ, ਜਿਵੇਂ ਅਸੀਂ ਕਿਸੇ ਅਖਬਾਰ ਦੇ ਵਿੱਚ ਕੋਈ ਖਬਰਾਂ ਪੜ੍ਹ ਰਹੇ ਹਾਂ, ਸਾਨੂੰ ਅਜਿਹਾ ਨਹੀਂ ਲੱਗਣਾ ਚਾਹੀਦਾ ਕਿਸੇ ਵੀ ਕਹਾਣੀ ਨੂੰ ਪੜ੍ਹਦੇ ਹੋਏ। ਇਸ ਲਈ ਨਿੱਕੀ ਕਹਾਣੀ ਵਿੱਚ ਕਲਾਤਮਕਤਾ ਦਾ ਗੁਣ ਹੋਣਾ ਜ਼ਰੂਰੀ ਹੈ। ਹੁਣ ਤੁਸੀਂ ਅਖਬਾਰ ਦੇ ਵਿੱਚ ਖਬਰਾਂ ਪੜ੍ਹਦੇ ਹੋ ਨਾ, ਅਖਬਾਰ ਦੇ ਵਿੱਚ ਖਬਰਾਂ ਪੜ੍ਹਦੇ ਨਾਲ ਨਾਲ ਅਖਬਾਰ ਦੇ ਵਿੱਚ ਕਹਾਣੀਆਂ ਵੀ ਹੁੰਦੀਆਂ। ਹੁਣ ਜਿਹੜੀ ਖਬਰ ਹੈ ਉਹ ਤੁਹਾਨੂੰ ਐਂ ਲੱਗੂਗਾ ਕਿ ਕੋਈ ਇਨਸਾਨ ਬੋਲ ਰਿਹਾ ਅਤੇ ਅਸੀਂ ਉਸ ਨੂੰ ਸੁਣ ਰਹੇ ਹਾਂ, ਉਹ ਕਿਸੇ ਘਟਨਾ ਦਾ ਜ਼ਿਕਰ ਕਰ ਰਿਹਾ। ਪਰ ਜਿਹੜੀ ਕਹਾਣੀ ਹੈ ਉਹਦੇ ਪਾਤਰ ਜਿਹੜਾ ਚੰਗਾ ਲੇਖਕ ਹੈ ਉਹ ਹਮੇਸ਼ਾ ਆਮ ਜੀਵਨ ਦੇ ਵਿੱਚ ਚੁਣਦਾ, ਉਹਦੇ ਵਿੱਚ ਆਂਚਲਿਕਤਾ ਹੁੰਦੀ ਹੈ, ਕਿਸੇ ਮਤਲਬ ਖਾਸ ਕਿੱਤੇ ਬਾਰੇ, ਜਿਹੜੀ ਖਾਸ ਖਿੱਤਾ ਜਿਹੜਾ ਹੁੰਦਾ, ਖਾਸ ਇਲਾਕਾ ਹੁੰਦਾ, ਉਹਦੇ ਸੱਭਿਆਚਾਰ, ਉਹਦੀ ਭਾਸ਼ਾ, ਉਹਦੇ ਪਾਤਰ ਜਿਹੜੇ ਹੈ ਉਹ ਚੁਣੇ ਹੁੰਦੇ ਆ। ਅਤੇ ਸਾਨੂੰ ਕਈ ਵਾਰ ਐਂ ਲੱਗਦਾ ਹੈ ਕਿ ਜਿਹੜੇ ਪਾਤਰ ਹੈ ਇਹ ਤਾਂ ਸਾਡੇ ਆਸ ਪਾਸ ਦੀ ਹੈ। ਇਹੀ ਹੈ ਇੱਕ ਜਿਹੜਾ ਕਲਾਕਾਰ ਦਾ ਵਧੀਆ, ਕਹਾਣੀ ਲੇਖਕ ਦਾ ਵਧੀਆ ਕਲਾਤਮਕ ਲੇਖਕ ਹੋਣਾ। ਅਗਲਾ ਤੱਤ ਰੌਚਕਤਾ। ਇਹਦੀ ਗੱਲ ਆਪਾਂ ਵਾਰ-ਵਾਰ ਕਰ ਚੁੱਕੇ ਹਾਂ ਕਿ ਜੇ ਚੀਜ਼ ਅਸੀਂ ਇੱਕ ਬੈਠਕ ਦੇ ਵਿੱਚ ਪੜ੍ਹਾਂਗੇ ਤਾਂ ਉਹਦੇ ਲਈ ਜ਼ਰੂਰੀ ਹੈ ਕਿ ਉਹਦੇ ਵਿੱਚ ਕੋਈ ਨਾ ਕੋਈ ਐਸਾ ਗੁਣ ਹੋਵੇ ਜਿਹੜਾ ਸਾਨੂੰ ਖਿੱਚ ਸਕੇ, ਭਾਵ ਉਹ ਰੌਚਕ ਹੋਵੇ, ਦਿਲਚਸਪ ਹੋਵੇ। ਰੌਚਕਤਾ ਹੀ ਪਾਠਕ ਨੂੰ ਆਕਰਸ਼ਿਤ ਕਰਦੀ ਹੈ। ਰੌਚਕਤਾ ਤੋਂ ਬਿਨਾਂ ਹਰ ਇੱਕ ਸਾਹਿਤਕ ਕਿਰਤ ਨਿਰਜਿੰਦ ਹੋ ਜਾਂਦੀ ਹੈ, ਕਿਉਂਕਿ ਜੇ ਰੌਚਕਤਾ ਨਹੀਂ ਹੈ ਕਹਾਣੀ ਦੇ ਵਿੱਚ ਤਾਂ ਅਸੀਂ ਉਸ ਕਹਾਣੀ ਨੂੰ ਪੜ੍ਹਾਂਗੇ ਨਹੀਂ। ਰੌਚਕਤਾ ਕਿਵੇਂ ਬਣੂਗੀ? ਜਿਵੇਂ ਆਪਾਂ ਉੱਪਰ ਪੜ੍ਹਿਆ ਕਲਾਤਮਿਕਤਾ, ਕਿ ਜੇ ਘਟਨਾਵਾਂ ਆਪਸ ਦੇ ਵਿੱਚ ਜੁੜੀਆਂ ਹੋਈਆਂ, ਵਧੀਆ ਤਰੀਕੇ ਨਾਲ ਉਹਨਾਂ ਦੀ ਬਿਆਨਬਾਜ਼ੀ ਕੀਤੀ ਹੋਈ ਹੈ, ਇੱਕ ਤੋਂ ਬਾਅਦ ਇੱਕ ਘਟਨਾ ਇੱਕ ਦੂਜੀ ਨਾਲ ਜੁੜ ਰਹੀ ਹੈ ਅਤੇ ਉਹ ਅੱਗੇ ਵੱਧ ਰਹੀ ਹੈ। ਇਹ ਨਹੀਂ ਕਿ ਅਸੀਂ ਉੱਥੇ ਹੀ ਘੁੰਮ ਰਹੇ ਹਾਂ
ਜਿਵੇਂ ਪਹਿਲਾਂ ਲੇਖਕ ਨੇ ਲਿਖਿਆ ਸੀ ਕਿ ਜਿਹੜੀ ਕਹਾਣੀ ਆ ਉਹ ਬਿਆਨਬਾਜ਼ੀ ਨਹੀਂ ਲੱਗਣੀ ਚਾਹੀਦੀ ਸਾਨੂੰ ਕਿਸੇ ਪਾਸਿਓਂ ਵੀ। ਜੇ ਉਹ ਸਾਨੂੰ ਬਿਆਨਬਾਜ਼ੀ ਲੱਗਣ ਲੱਗਦੀ ਹੈ ਤਾਂ ਉਹਦੀ ਜਿਹੜੀ ਰੌਚਕਤਾ ਹੈ ਉਹ ਖਤਮ ਹੋਣ ਲੱਗਦੀ ਹੈ। ਰੌਚਕਤਾ ਤੋਂ ਬਿਨਾਂ ਕਹਿੰਦੇ ਕਿ ਜਿਹੜੀ ਸਾਹਿਤਕ ਕਿਰਤ ਆ ਉਹ ਨਿਰਜਿੰਦ ਹੋ ਜਾਂਦੀ ਹੈ। ਐਂ ਲੱਗਦਾ ਕਿ ਨਿਰਜਿੰਦ ਹੈ, ਇਹਦੇ ਵਿੱਚ ਜੀਵਨ ਹੀ ਹੈ ਨਹੀਂ ਹੈ। ਨਿੱਕੀ ਕਹਾਣੀ ਦੇ ਸੰਖੇਪ ਹੋਣ ਕਾਰਨ ਇਸ ਵਿੱਚ ਰੌਚਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਾਂ ਇੱਕ ਪੜ੍ਹਤ ਦੀ ਗੱਲ ਵਾਰ-ਵਾਰ ਕਰ ਰਹੇ ਹਾਂ ਕਿ ਜਿਹੜੀ ਇੱਕ ਪੜ੍ਹਤ ਹੈ ਉਹ ਨਿੱਕੀ ਕਹਾਣੀ ਦੀ ਪਹਿਚਾਣ ਹੈ, ਅਤੇ ਇੱਕ ਪੜ੍ਹਤ ਦੇ ਵਿੱਚ ਅਸੀਂ ਉਸੇ ਚੀਜ਼ ਨੂੰ ਪੜ੍ਹਦੇ ਹਾਂ ਜਿਹੜੀ ਚੀਜ਼ ਸਾਨੂੰ ਬੰਨ੍ਹ ਕੇ ਬਿਠਾ ਲਵੇ। ਉਸ ਤੋਂ ਅੱਗੇ ਆ ਗਈ ਵਿਦਿਆਰਥੀਓ ਗਤੀਸ਼ੀਲਤਾ। ਇਹ ਗਤੀਸ਼ੀਲਤਾ ਵੀ ਜ਼ਰੂਰੀ ਹੈ ਕਿ ਜਿਹੜੇ ਵਿਚਾਰ ਹੈ ਉਹ ਅੱਗੇ ਵਧਣੇ ਜ਼ਰੂਰੀ ਆ। ਹੁਣ ਜਿਵੇਂ ਆਪਾਂ ਕਹਾਣੀ ਬਾਰੇ ਪੜ੍ਹ ਰਹੇ ਹਾਂ ਨਾ, ਕਹਾਣੀ ਦੇ ਤੱਤਾਂ ਬਾਰੇ ਪੜ੍ਹ ਰਹੇ ਹਾਂ, ਜੇ ਆਪਾਂ ਇੱਕ ਤੱਤ ਬਾਰੇ ਹੀ ਗੱਲ ਕਰੀ ਜਾਵਾਂਗੇ ਤਾਂ ਤੁਹਾਨੂੰ ਇਹ ਗੱਲਾਂ ਸੁਣਨੀਆਂ ਵਧੀਆ ਨਹੀਂ ਲੱਗਣਗੀਆਂ। ਅਸੀਂ ਅਲੱਗ-ਅਲੱਗ ਤੱਤਾਂ ਬਾਰੇ ਗੱਲ ਕਰੀਏ ਅਤੇ ਸਾਡੀ ਜਿਹੜੀ ਗੱਲਬਾਤ ਹੈ ਉਹ ਅੱਗੇ ਵੱਧਦੀ ਤੁਰੀ ਜਾਵੇ। ਹੁਣ ਅਸੀਂ ਅਲੱਗ-ਅਲੱਗ ਤੱਤਾਂ ਬਾਰੇ ਗੱਲ ਕਰਦੇ ਹੋਏ ਆਪਣੀ ਗੱਲਬਾਤ ਨੂੰ ਅੱਗੇ ਵਧਾ ਰਹੇ ਹਾਂ। ਉਸੇ ਤਰ੍ਹਾਂ ਕਹਾਣੀ ਦੇ ਵਿੱਚ ਗਤੀਸ਼ੀਲਤਾ ਹੋਣੀ ਜ਼ਰੂਰੀ ਹੈ ਕਿ ਇੱਕ ਘਟਨਾ ਦਾ ਜ਼ਿਕਰ ਹੋਇਆ ਤਾਂ ਪਾਠਕ ਦੇ ਮਨ ਵਿੱਚ ਬਹੁਤ ਸਾਰੇ ਵਿਚਾਰ ਆਉਂਦੇ ਹੈ ਕਿ ਹੁਣ ਇਵੇਂ ਵੀ ਹੋ ਸਕਦਾ, ਇਵੇਂ ਵੀ ਹੋ ਸਕਦਾ ਹੈ, ਇਵੇਂ ਵੀ ਹੋ ਸਕਦਾ। ਤਾਂ ਪਾਠਕ ਦੀ ਜਿਹੜੀ ਉਹ ਮਾਨਸਿਕ ਸੰਤੁਸ਼ਟੀ ਹੈ ਉਹ ਹੋਣੀ ਜ਼ਰੂਰੀ ਹੈ। ਕਹਾਣੀ ਅੱਗੇ ਵਧਣੀ ਜ਼ਰੂਰੀ ਹੈ, ਘਟਨਾਵਾਂ ਦਾ ਨਾਟਕੀ ਮੋੜ ਲੈਣਾ ਜ਼ਰੂਰੀ ਹੈ। ਜੇ ਨਿੱਕੀ ਕਹਾਣੀ ਆਪਦੀ ਸੁਸਤ ਚਾਲ ਫੜ ਲੈਂਦੀ ਹੈ, ਜੇ ਉਹਦੀ ਚਾਲ ਸੁਸਤ ਹੋ ਜਾਂਦੀ ਹੈ ਕਿ ਲੇਖਕ ਇੱਕ ਘਟਨਾ ਬਾਰੇ ਗੱਲ ਕਰ ਰਿਹਾ ਹੈ, ਵਾਰੀ-ਵਾਰੀ ਉਸ ਨੂੰ ਲਮਕਾ ਰਿਹਾ ਹੈ, ਉਹਨੂੰ ਲੰਬਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਸਾਡੀ ਜਿਹੜੀ ਰੌਚਕਤਾ ਉਹ ਖਤਮ ਹੋ ਜਾਂਦੀ ਹੈ ਇਸ ਕਹਾਣੀ ਦੇ ਵਿੱਚ। ਇਸ ਦੀ ਚਾਲ ਤੇਜ਼ ਹੁੰਦੀ ਹੈ। ਨਿੱਕੀ ਕਹਾਣੀ ਵਿੱਚ ਇੱਕ ਘਟਨਾ ਨੂੰ ਵਧੇਰੇ ਲੰਮੀ ਪੇਸ਼ ਕਰਨ ਨਾਲ ਬਿਰਤਾਂਤ ਵਿੱਚ ਬੋਝਲਤਾ ਆਉਂਦੀ ਹੈ। ਇਹ ਬਿਰਤਾਂਤ ਦੇ ਵਿੱਚ ਬੜੀ ਬੋਝਲਤਾ ਆ ਜਾਂਦੀ ਹੈ ਜਦੋਂ ਅਸੀਂ ਕਿਸੇ ਘਟਨਾ ਨੂੰ ਲੰਬਾ ਖਿੱਚ ਕੇ ਲੈ ਜਾਂਦੇ ਹਾਂ। ਕਿਸੇ ਅਸੀਂ ਗੱਲਬਾਤ ਨੂੰ ਕਹਿੰਦੇ ਨਾ ਜਿਹੜੀ ਸੰਖੇਪਤਾ, ਜਿਵੇਂ ਕਹਿੰਦੇ ਕਿ ਕੁੱਜੇ ਦੇ ਵਿੱਚ ਸਮੁੰਦਰ ਜਿਹੜਾ ਬੰਦ ਹੋਣਾ ਚਾਹੀਦਾ। ਹੁਣ ਤਾਂ ਕਈ ਵਾਰ ਹੱਸਦੇ ਕਹਿ ਦਿੰਦੇ ਆ ਕਿ ਕੁੱਜੇ ਨਹੀਂ ਚਮਚੇ ਦੇ ਵਿੱਚ ਸਮੁੰਦਰ ਬੰਦ ਕਰਨਾ, ਮਤਲਬ ਸੰਖੇਪਤਾ ਦੇ ਵਿੱਚ ਗੱਲ ਕਹਿਣੀ। ਇਸ ਲਈ ਨਿੱਕੀ ਕਹਾਣੀ ਵਿੱਚ ਗਤੀਸ਼ੀਲਤਾ ਹੋਣੀ ਜ਼ਰੂਰੀ ਹੈ ਕਿ ਉਹਦੇ ਵਿੱਚ ਗਤੀਸ਼ੀਲਤਾ ਜ਼ਰੂਰ ਹੋਵੇ। ਉਹਦੀਆਂ ਜਿਹੜੀਆਂ ਘਟਨਾਵਾਂ ਹੈ ਉਹ ਅੱਗੇ ਵੱਧਦੀਆਂ ਤੁਰੀਆਂ ਜਾਣ, ਇੱਕ ਤੋਂ ਬਾਅਦ ਇੱਕ ਘਟਨਾ ਸਾਡੇ ਸਾਹਮਣੇ ਆਉਂਦੀ ਜਾਵੇ ਅਤੇ ਅਸੀਂ ਨਵਾਂ ਕੁਝ ਸਿੱਖਦੇ ਜਾਈਏ। ਉਸ ਤੋਂ ਅੱਗੇ ਪਿਆਰੇ ਵਿਦਿਆਰਥੀਓ ਗੱਲ ਆ ਗਈ ਕਥਾ ਵਸਤੂ ਦੀ, ਕਿ ਕੋਈ ਕਹਾਣੀ ਜੇ ਲਿਖੀ ਗਈ ਹੈ ਤਾਂ ਉਹਦਾ ਕੋਈ ਨਾ ਕੋਈ ਵਿਸ਼ਾ ਤਾਂ ਜ਼ਰੂਰ ਹੈ ਨਾ। ਕਿਸੇ ਚੀਜ਼ ਨੂੰ ਮੁੱਖ ਰੱਖ ਕੇ ਹੀ ਲਿਖੀ ਗਈ ਹੈ, ਕਿਸੇ ਨਾ ਕਿਸੇ ਲਿਖਤ ਦਾ ਕੋਈ ਨਾ ਕੋਈ ਉਦੇਸ਼ ਤਾਂ ਹੁੰਦਾ ਹੀ ਹੈ ਨਾ। ਕਥਾ ਵਸਤੂ ਨਿੱਕੀ ਕਹਾਣੀ ਦਾ ਪ੍ਰਮੁੱਖ ਤੱਤ ਹੈ। ਸਾਡੀ ਜ਼ਿੰਦਗੀ ਦੀ ਹਰ ਇੱਕ ਘਟਨਾ ਕਹਾਣੀ ਬਣਨ ਦੀ ਸਮਰੱਥਾ ਰੱਖਦੀ ਹੈ। ਨਿੱਕੀ ਕਹਾਣੀ ਦਾ ਉਦੇਸ਼ ਕਿਉਂਕਿ ਮਨੁੱਖੀ ਜੀਵਨ ਦੇ ਕਿਸੇ ਇੱਕ ਪੱਖ ਉੱਪਰ ਰੌਸ਼ਨੀ ਪਾਉਣਾ ਹੁੰਦਾ ਹੈ, ਇਸ ਕਰਕੇ ਕਹਾਣੀ ਸਾਡੇ ਜੀਵਨ ਨਾਲ ਵਧੇਰੇ ਚੰਗੀ ਤਰ੍ਹਾਂ ਜੁੜੀ ਹੋਈ ਹੈ। ਨਿੱਕੀ ਕਹਾਣੀ ਵਿੱਚ ਮਨੁੱਖੀ ਜੀਵਨ ਨਾਲ ਸੰਬੰਧਿਤ ਹਰ ਵਿਸ਼ੇ ਨੂੰ ਲਿਆ ਜਾ ਸਕਦਾ ਹੈ। ਇਸ ਦਾ ਇਹ ਭਾਵ ਵੀ ਨਹੀਂ ਕਿ ਜ਼ਿੰਦਗੀ ਦੇ ਅਰਥਹੀਨ ਛਿਣਾਂ ਦੀ ਵਿਆਖਿਆ ਕੀਤੀ ਜਾਵੇ। ਨਿੱਕੀ ਕਹਾਣੀ ਦੇ ਰੌਚਕ ਅਤੇ ਪ੍ਰਭਾਵਸ਼ਾਲੀ ਹੋਣ ਲਈ ਜ਼ਰੂਰੀ ਹੈ ਕਿ ਕਹਾਣੀਆਂ ਸਾਡੀ ਰੋਜ਼ਾਨਾ ਜ਼ਿੰਦਗੀ ਦੀਆਂ ਪ੍ਰਭਾਵਸ਼ਾਲੀ ਅਤੇ ਸਰਬ ਸਧਾਰਨ ਸਥਿਤੀਆਂ ਦਾ ਬਿਆਨ ਕਰੇ। ਪਿਆਰੇ ਵਿਦਿਆਰਥੀਓ, ਇਹ ਜ਼ਰੂਰੀ ਹੈ ਕਿ ਜਿਹੜੀ ਕਹਾਣੀ ਹੈ ਉਸ ਲਈ ਜ਼ਰੂਰੀ ਹੈ ਕਿ ਜਿਹੜੀਆਂ ਘਟਨਾਵਾਂ ਦਾ ਬਿਆਨ ਉਸ ਕਹਾਣੀ ਦੇ ਵਿੱਚ ਕੀਤਾ ਜਾ ਰਿਹਾ ਹੈ, ਉਸ ਘਟਨਾਵਾਂ ਦਾ ਸੰਬੰਧ ਪਾਠਕ ਦੀ ਜ਼ਿੰਦਗੀ ਦੇ ਨਾਲ ਜ਼ਰੂਰ ਹੋਵੇ। ਹੁਣ ਜੇ ਮੰਨ ਲਓ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਲੇਖਕ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਅਸੀਂ ਪੜ੍ਹ ਰਹੇ ਹਾਂ, ਤਾਂ ਅਸੀਂ ਕਿਉਂ ਪੜ੍ਹਾਂਗੇ? ਕਿਉਂਕਿ ਜੇ ਉਹਦੇ ਵਿੱਚ ਸਾਡੇ ਆਸੇ-ਪਾਸੇ ਦੀ ਗੱਲ ਹੋਏਗੀ, ਸਾਡੇ ਜੀਵਨ ਨਾਲ ਸੰਬੰਧਿਤ ਚੀਜ਼ਾਂ ਦੀ ਗੱਲ ਹੋਏਗੀ। ਜਿਵੇਂ ਕੁਝ ਕੁ ਕਹਾਣੀਆਂ ਸਾਨੂੰ ਦੂਜੀਆਂ ਭਾਸ਼ਾਵਾਂ ਤੋਂ ਟਰਾਂਸਲੇਟ ਕੀਤੀਆਂ ਹੋਈਆਂ ਮਿਲ ਜਾਂਦੀਆਂ। ਉਹ ਚੀਜ਼ਾਂ ਟਰਾਂਸਲੇਟ ਕਿਉਂ ਕੀਤੀਆਂ ਜਾਂਦੀਆਂ? ਉਹ ਸਿਰਫ ਇਸੇ ਲਈ ਕੀਤੀਆਂ ਜਾਂਦੀਆਂ ਕਿਉਂਕਿ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਉਹ ਸਾਡੇ ਆਮ ਜੀਵਨ ਨਾਲ ਮੇਲ ਖਾਂਦੀਆਂ ਹੁੰਦੀਆਂ। ਉਹ ਸਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਸਿੱਖਿਆ ਦੇਣ ਦੀ ਉਹ ਕਾਬਲੀਅਤ ਰੱਖਦੀਆਂ ਹੁੰਦੀਆਂ। ਹੁਣ ਜੇ ਕੋਈ ਵੀ ਪੰਜਾਬੀ ਲੇਖਕ ਕਿਸੇ ਦੂਰ ਵਿਦੇਸ਼ਾਂ ਦੇਸ਼ਾਂ ਦੀਆਂ ਉੱਥੋਂ ਦੇ ਜੀਵਨ ਦੀਆਂ ਗੱਲਾਂ ਲੈ ਕੇ, ਉੱਥੋਂ ਦੇ ਆਦਨਾ ਸਾਧਨਾਂ ਦੀਆਂ ਗੱਲਾਂ ਲੈ ਕੇ ਉਹ ਜ਼ਿਕਰ ਕਰਦਾ ਰਹੇਗਾ ਤਾਂ ਸਾਡੀ ਰੌਚਕਤਾ ਉਹਦੇ ਵਿੱਚ ਕਿਵੇਂ ਬਣੇਗੀ? ਜੇ ਉਹ ਸਾਡੇ ਆਲੇ ਦੁਆਲੇ ਦੀ ਗੱਲ ਕਰੇਗਾ, ਪੰਜਾਬ ਦੀ ਗੱਲ ਕਰੇਗਾ, ਸਾਡੇ ਦੇਸ਼ ਦੀ ਗੱਲ ਕਰੇਗਾ, ਸਾਡੇ ਸੱਭਿਆਚਾਰ ਦੀ ਗੱਲ ਕਰੇਗਾ, ਜਿਵੇਂ ਇੱਥੇ ਲੇਖਕ ਨੇ ਲਿਖਿਆ ਹੈ
ਕਿ ਸਾਡੇ ਜੀਵਨ ਦੀ ਹਰ ਘਟਨਾ ਕਹਾਣੀ ਬਣਨ ਦੀ क्षमता रखती है। देखो कितनी वड्डी गल है कि हर जीवन दे विच असीं इन्ना विचरदे हाँ, बहुत सारिया घटनावां होंदियां ते हरेक घटना ते कहानी लिखी जा सकती है, पर उन्हें लिखण दा सानूं एक तरीका होना चाहिए। ते जे उन्हां घटनावां बारे इन्हां कहानियां दे विच जिक्र होऊगा फिर सानूं लगूगा कि इह तां साडे बारे लिखिया गया, इह तां साडी चीज़ है ना। तो इत्थे तरह कथा वस्तु चुनते समय, विशा वस्तु चुनते समय बहुत जरूरी है कि जिस जीवन नाल संबंधित, जित्थों के पाठकों नाल संबंधित असीं कहानियां लिख रहे हैं, जित्थों के पाठकों ने उन्हां कहानियां नूं पढ़ना है, जरूरी है उन्हां दे आस पास दी घटनावां का जिक्र उस कहानी दे विच होवे। अगला साडे कोले आ गया कथानक। निक्की कहानी का कथानक संखेप ते सरल हुंदा है। कथानक का आरंभ बड़ा नाटकी हुंदा है। निक्की कहानी का आरंभ ही समस्या वल इशारा करदा है। अपने कारज नाल निक्की कहानी सिखर वल वधदी है। निक्की कहानी का अंत सुझाऊ अते हैरानीजनक हुंदा है। कहानी विच बहुत कुछ पाठकां दी कल्पना ते अणकिहा छड्ड दिता जाए। विद्यार्थियों, जदों किसी भी लेखक ने कोई कहानी लिखनी हुंदी है तो वह एक ढांचा तैयार करता है कि मैं कित्थों शुरू करना है, किवें उसनूं विस्तार देना है ते कित्थे मैं उसनूं जाके खत्म करना है। तो जरूरी है कि एक वधिया जिहड़ा कथानक है वह चुनिया जाए। पहला संखेप ते सरल होना तो निक्की कहानी लिए उसकी पहली शर्त है, क्योंकि संखेपता ही निक्की कहानी का गुण है ना। निक्की कहानी आप पढ़ते क्यों है? संखेपता करके। तो संखेपता ही उसका मुख गुण है। जदों ही वो शुरू होंदी है वो सानू सीधा इशारा करती है किसी घटना वाल, साडा एकदम ध्यान खिंचा जाता है, असी अगे बढ़ते हैं, फिर वो कहानी विस्तार में चली जाती है। तो उन्होंने घटनावां दी कड़ियां नूं जोड़ती हुई एक जिहड़ा हैरानीजनक अंत है उहदे ते सानू वो लै जाती है। तो उत्थे जाके एकदम जिवें पहाड़ की चोटी ते जाके अगे एकदम रस्ता खत्म हो जाना होवे, उवें जिहड़ी कहानी है एक झलकारे दे विच खत्म हो जाती है। तो बहुत कुछ साडी कल्पना ते छड्ड जाती है। जिहड़ा पाठक है वो सोचता रहिंदा है कि इस तो बाद इवें होया होएगा, इवें होया होएगा। तो जे ये सोच साडे विच पैदा हुंदी है तो समझ लिओ कि एक जिहड़ी सफल कहानी है वो लिखी गई है। उस तो अगे साडे कोले विद्यार्थियों गल आ गई पात्र ते पात्र चित्रण। पात्र बड़े महत्वपूर्ण हुंदे है किसी भी चीज़ दे विच, चाहे वो नावल लिखिया है, कोई वार्ता, वड्डी कहानी, निबंध, कुछ भी लिखिया उहदे विच जिहड़े भी पात्र चुने गए है वो साडे पहली गल तो वो आम जीवन चों होने चाहिए। साडे आम जीवन दे नाल उन्हां दी अनुकूलता होनी बहुत जरूरी है। इस तो इलावा जिहड़े पात्र है निक्की कहानी दे विच पात्र बहुत थोड़े होने चाहिए। जे बहुत ज़्यादा पात्र असीं लै लांगे तो उन्हां बारे सानू कुछ ना कुछ लिखना जरूर पऊगा, तो फिर बाहर विस्तार दे विच असीं चले जावांगे तो फिर जिहड़ी वो कहानी की रोचकता वो खत्म हो जाएगी। ये भी गल जरूरी है कि जिहड़े पात्र है वो घटनावां दे नाल पूरी तरह जुड़े होण, उन्हां दा पूरा घटनावां दे नाल संबंध हो, वो पूरे महत्वपूर्ण होण कहानी दे विच वापर रहीआं घटनावां विच। क्योंकि जिहड़ियां घटनावां हुंदियां प्यारे विद्यार्थियों, घटनावां ने वापरना किवें है, पात्रां नाल ही वापरना है। उसने इसनूं ये किया, उसने इसनूं ये किया, इस तरह करके घटनावां राहीं जिहड़ा पात्रां राहीं जिहड़ा घटनावां दा जिक्र है वो कहानी दे विच कीता जांदा है। तां एक चंगा लेखक जिहड़े वधिया थोड़े ते घटनावां नाल जुड़े हुए पात्र लैके ही कहानी लिखदा है। वार्तालाप भी एक अगला तत्त है। वार्तालाप छोटे, संखेप, रोचक ते प्रभावशाली होने जरूरी है। लंबे लंबे जिहड़े वार्तालाप होणगे वो एक जिहड़ी नीरसता है लिखत दे विच वो लैके आउंदे है। छोटे छोटे वार्तालापां नाल वड्डियां वड्डियां गल्लां करदे होए जिहड़े पात्र है वो अगे वधदे है। जिहड़े वार्तालाप उही कहानी नूं रोचकता ते रवानगी प्रदान करदे है। निक्की कहानी विच जिहड़े वार्तालाप है वो वधिया वातावरण सिरजण दे लायक होने चाहिए। तो प्यारे विद्यार्थियों, पात्रां दी जिहड़ी आपसी गलबात लेखक ने करवाउणी है, जरूरी है कि उहदे विच चंगे वधिया ते साफ सुथरे जिहड़े वातावरण रोचकता वाले जिहड़े वार्तालाप है वो चुने जाण। वातावरण बारे गल आपां थोड़ी जी पहलां भी कर चुके हैं
ਕਿ ਜਿਹੜੀ ਨਿੱਕੀ ਕਹਾਣੀ ਉਹ ਸਾਡੇ ਆਮ ਜੀਵਨ ਦਾ ਚਿਤਰਨ ਹੁੰਦੀ ਹੈ, ਕਿਸੇ ਨਾ ਕਿਸੇ ਘਟਨਾ ਨਾਲ ਉਹ ਜ਼ਰੂਰ ਜੁੜੀ ਹੁੰਦੀ ਹੈ, ਭਾਵਕ, ਸਮਾਜਿਕ, ਰਾਜਨੀਤਿਕ ਤੌਰ 'ਤੇ ਉਹ ਜੁੜੀ ਹੁੰਦੀ ਹੈ। ਅਤੇ ਜਿਹੜੀ ਵਿਸ਼ੇਸ਼ ਘਟਨਾ ਕੋਈ ਵੀ ਹੈ ਸਮੁੱਚੇ ਵਾਤਾਵਰਨ ਦੇ ਚਿਤਰਨ ਦੁਆਰਾ ਪੇਸ਼ ਕਰਨ ਨਾਲ ਯਥਾਰਥਕਤਾ ਅਤੇ ਸੁਭਾਵਿਕਤਾ ਜਿਹੜੇ ਵਰਗੇ ਗੁਣ ਹੈ ਉਹ ਨਿੱਕੀ ਕਹਾਣੀ ਵਿੱਚ ਆਉਂਦੇ। ਵਾਤਾਵਰਨ ਨਿੱਕੀ ਕਹਾਣੀ ਨੂੰ ਵਿਸ਼ੇਸ਼ ਇੱਕ ਅਰਥ ਪ੍ਰਦਾਨ ਕਰਦਾ ਹੈ। ਉਸੇ ਵਾਤਾਵਰਨ ਦੇ ਵਿੱਚ ਹੀ ਉਸ ਕਹਾਣੀ ਦੇ ਜਿਹੜੇ ਪਾਤਰ ਹੈ ਉਹਨਾਂ ਨੇ ਵਿਚਰਨਾ ਹੁੰਦਾ। ਛੋਟੇ ਛੋਟੇ ਦ੍ਰਿਸ਼ ਲੈ ਕੇ, ਹੈ ਨਾ, ਜੇ ਮਤਲਬ ਲੇਖਕ ਨੇ ਬਹੁਤ ਵੱਡੇ ਵੱਡੇ ਦ੍ਰਿਸ਼ ਲਏ ਹੋਏ ਆ, ਉਹਨਾਂ ਦਾ ਫਿਲਮਾਂਕਣ ਵੀ ਨਹੀਂ ਕੀਤਾ ਜਾ ਸਕਦਾ, ਜਾਂ ਜੇ ਅਸੀਂ ਉਸ ਨੂੰ ਪੜ੍ਹਦੇ ਹੋਏ ਸਾਨੂੰ ਐਂ ਲੱਗਦਾ ਹੈ ਕਿ ਜਿਹੜੇ ਪਾਤਰ ਹੈ ਉਹ ਵਾਤਾਵਰਨ ਅਤੇ ਕਥਾਨਕ ਦੇ ਨਾਲ ਜਿਹੜੇ ਆ ਉਹ ਮੇਲ ਨਹੀਂ ਖਾ ਰਹੇ, ਜਾਂ ਵਾਤਾਵਰਨ ਕੁਛ ਹੋਰ ਲਿਆ ਹੋਇਆ, ਕਥਾਨਕ ਕੁਛ ਹੋਰ ਹੈ, ਪਾਤਰਾਂ ਦਾ ਪਹਿਰਾਵਾ, ਪਾਤਰਾਂ ਦੀ ਗੱਲਬਾਤ, ਉਹਨਾਂ ਦੀ ਭਾਸ਼ਾ ਕੁਛ ਹੋਰ ਹੈ, ਤਾਂ ਉਹ ਜਿਹੜੀ ਕਹਾਣੀ ਹੈ ਉਹ ਸਾਨੂੰ ਇੱਕ ਖਿਲਰੀ ਲੱਗਦੀ ਹੈ। ਇੱਕ ਚੰਗਾ ਲੇਖਕ ਕਦੇ ਵੀ ਜਿਹੜੀ ਅਜਿਹੀ ਟੁੱਟੀ ਫੁੱਟੀ ਕਹਾਣੀ ਨਹੀਂ ਲਿਖਦਾ। ਭਾਸ਼ਾ ਅਤੇ ਸ਼ੈਲੀ, ਇਹ ਤਾਂ ਬਹੁਤ ਜ਼ਰੂਰੀ ਹੈ ਪਿਆਰੇ ਵਿਦਿਆਰਥੀਓ, ਬਹੁਤ ਜ਼ਰੂਰੀ ਗੁਣ ਹੈ ਇਹ ਨਿੱਕੀ ਕਹਾਣੀ ਦਾ, ਭਾਸ਼ਾ ਅਤੇ ਸ਼ੈਲੀ। ਕਿ ਜਿਸ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਜਿਸ ਖਿੱਤੇ ਦੇ ਲੋਕਾਂ ਨੇ ਉਹਨਾਂ ਕਹਾਣੀਆਂ ਨੂੰ ਪੜ੍ਹਨਾ ਹੁੰਦਾ, ਜ਼ਰੂਰੀ ਹੈ ਕਿ ਉਹਨਾਂ ਲੋਕਾਂ ਦੀ ਭਾਸ਼ਾ ਦੇ ਵਿੱਚ ਹੀ ਉਹ ਕਹਾਣੀ ਲਿਖੀ ਹੋਵੇ, ਲੋਕਾਂ ਨੂੰ ਇਹ ਲੱਗੇ ਕਿ ਸਾਡੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ, ਸਾਡੀ ਹੀ ਗੱਲਬਾਤ ਕੀਤੀ ਜਾ ਰਹੀ ਹੈ। ਹੁਣ ਜੇ ਪੰਜਾਬੀ ਦੀਆਂ ਜਿਹੜੀਆਂ ਕਹਾਣੀਆਂ ਜੇ ਤੁਸੀਂ ਪੜ੍ਹੋਗੇ ਤਾਂ ਉਹਦੇ 'ਚ ਛੋਟੀ ਛੋਟੀਆਂ ਗੱਲਾਂ, ਹੈ ਨਾ, ਜਿਵੇਂ ਤੁਸੀਂ ਆਪਦੀ ਕਿਤਾਬ ਦੇ ਵਿੱਚ ਕਹਾਣੀ ਪੜ੍ਹੀ ਹੋਊਗੀ ਮਾੜਾ ਬੰਦਾ, ਉਹਦੇ ਵਿੱਚ ਇੱਕ ਆਮ ਪਤਨੀ ਬਾਰੇ, ਪਤੀ ਬਾਰੇ ਗੱਲ ਹੈ, ਇੱਕ ਰਿਕਸ਼ੇ ਵਾਲੇ ਬਾਰੇ ਗੱਲ ਹੈ। ਸਾਨੂੰ ਐਂ ਜਿਹਾ ਲੱਗਦਾ ਹੈ ਕਿ ਆਸੇ ਪਾਸੇ ਦੀਆਂ ਘਟਨਾਵਾਂ, ਸਾਂਝ ਕਹਾਣੀ ਤੁਸੀਂ ਪੜ੍ਹੀ ਹੋਵੇਗੀ, ਹੈ ਨਾ, ਉਹ ਰਿਕਸ਼ੇ ਵਾਲੇ ਦੀ, ਸਾਈਕਲ ਵਾਲਾ ਅਤੇ ਪ੍ਰੋਫੈਸਰ ਬਾਰੇ, ਤਾਂ ਉਹ ਆਪਾਂ ਨੂੰ ਐਂ ਲੱਗਦਾ ਕਿ ਸਾਡੇ ਆਸੇ ਪਾਸੇ ਦੇ ਲੋਕ ਹੈ, ਆਸੇ ਪਾਸੇ ਨਾਲ ਹੀ ਸਾਡੇ ਜਿਹੜੇ ਆਸੇ ਪਾਸੇ ਸਾਡੇ ਇਹ ਘੁੰਮਦੇ ਹੈ, ਇਹ ਤਾਂ ਉਹੀ ਪਾਤਰ ਲਏ, ਸਾਨੂੰ ਭੁਲੇਖਾ ਪਵੇ ਕਿ ਇਹ ਤਾਂ ਸਾਡੇ ਆਂਢ ਗੁਆਂਢ ਦੀ ਹੀ ਗੱਲ ਹੈ। ਤਾਂ ਉਸੇ ਤਰ੍ਹਾਂ ਦੀ ਹੀ ਸੰਖੇਪ ਭਾਸ਼ਾ ਲੈ ਕੇ, ਸੌਖੀ ਭਾਸ਼ਾ ਲੈ ਕੇ ਅਤੇ ਇੱਕ ਵਧੀਆ ਸ਼ੈਲੀ ਦੇ ਵਿੱਚ ਜਿਹੜਾ ਉਹਨਾਂ ਦਾ ਚਿਤਰਨ ਹੈ ਉਹ ਕੀਤਾ ਜਾਂਦਾ। ਤਾਂ ਇਸੇ ਤਰ੍ਹਾਂ ਪਿਆਰੇ ਵਿਦਿਆਰਥੀਓ ਜਿਹੜੀ ਕਹਾਣੀ ਹੈ ਉਹ ਇੱਕ ਅਲੱਗ ਤਰ੍ਹਾਂ ਦੇ ਵਿਚਾਰਾਂ ਨੂੰ ਪ੍ਰਗਟ ਕਰਦੀ ਹੋਈ ਅੱਗੇ ਵੱਧਦੀ ਹੈ, ਅਤੇ ਇੱਕ ਵਧੀਆ ਸ਼ੈਲੀ ਦਾ ਅਪਣਾਉਣਾ ਕਹਾਣੀ ਲਈ ਬਹੁਤ ਜ਼ਰੂਰੀ ਹੈ। ਇੱਕ ਵਧੀਆ ਸ਼ੈਲੀ ਅਪਣਾ ਕੇ ਹੀ ਜਿਹੜਾ ਇੱਕ ਚੰਗਾ ਬਿਰਤਾਂਤ ਹੈ ਉਹ ਸਿਰਜਿਆ ਜਾ ਸਕਦਾ ਹੈ। ਜਿਹੜੇ ਵਧੀਆ ਲੇਖਕ ਹੁੰਦੇ ਆ ਉਹ ਉਪਭਾਸ਼ਾ ਭਾਸ਼ਾ ਦੀ ਵਰਤੋਂ ਵੀ ਕਰਦੇ ਹੈ, ਹੈ ਨਾ। ਤੁਹਾਨੂੰ ਕਈ ਵਾਰ ਮਲਵਈ ਭਾਸ਼ਾ, ਮਾਝੇ ਦੀ ਭਾਸ਼ਾ, ਇਹਨਾਂ ਦਾ ਜਿਹੜਾ ਭਾਸ਼ਾ ਦਾ ਵਰਣਨ ਕੀਤਾ। ਕੁਝ ਪਾਕਿਸਤਾਨੀ ਕਹਾਣੀਆਂ ਜੇ ਤੁਸੀਂ ਇਹਨੂੰ ਪੜ੍ਹੋਗੇ ਤਾਂ ਉਹਨਾਂ ਦੀ ਭਾਸ਼ਾ ਤੋਂ ਪਤਾ ਲੱਗ ਜੂਗਾ ਕਿ ਇਹ ਪਾਕਿਸਤਾਨੀ ਕਹਾਣੀ ਹੈ। ਕਿਉਂਕਿ ਉੱਥੋਂ ਦੀ ਜਿਹੜੀ ਉਹਨਾਂ ਦੀ ਸਥਾਨਕ ਭਾਸ਼ਾ ਹੁੰਦੀ ਹੈ ਉਸ ਦੀ ਵਰਤੋਂ ਕੀਤੀ ਹੁੰਦੀ ਹੈ, ਅਤੇ ਇਹ ਗੁਣ ਹੁੰਦਾ ਹੈ ਪਾਤਰਾਂ ਨੂੰ, ਪਾਠਕਾਂ ਨੂੰ ਆਪਣੇ ਵੱਲ ਖਿੱਚਣ ਦਾ। ਅੱਗੇ ਵੱਧਦੇ ਹੋਏ ਜੇ ਆਪਾਂ ਦੇਖੀਏ ਤਾਂ ਇਹ ਸਾਡਾ ਅਖੀਰਲਾ ਤੱਤ ਹੈ ਨਿੱਕੀ ਕਹਾਣੀ ਦਾ, ਇਹ ਹੈ ਉਦੇਸ਼। ਇਹਦਾ ਤਾਂ ਮੈਨੂੰ ਲੱਗਦਾ ਕਿ ਤੁਸੀਂ ਨਾਮ ਤੋਂ ਹੀ ਸਮਝ ਗਏ ਹੋਵੋਗੇ ਕਿ ਕੋਈ ਵੀ ਘਟਨਾ ਜਿਹੜੀ ਵਾਪਰਦੀ ਹੈ ਉਹਦਾ ਇੱਕ ਉਦੇਸ਼ ਜ਼ਰੂਰ ਹੁੰਦਾ। ਜੋ ਵੀ ਕਹਾਣੀ ਲਿਖਦੇ ਹੈ, ਕੋਈ ਵੀ ਲੇਖਕ ਲਿਖਦਾ ਹੈ ਤਾਂ ਕਿਸੇ ਉਦੇਸ਼ ਨੂੰ ਜ਼ਰੂਰ ਸਾਹਮਣੇ ਰੱਖਦਾ ਹੈ ਕਿ ਮੈਂ ਲੋਕਾਂ ਨੂੰ ਇਹਦੇ ਵਿੱਚੋਂ ਆਹ ਸਿੱਖਿਆ ਦੇਣੀ ਹੈ। ਅਤੇ ਬਿਨਾਂ ਉਦੇਸ਼ ਤੋਂ ਤਾਂ ਕਹਿੰਦੇ ਆ ਕਿ ਬਿਨਾਂ ਮਲਾਹ ਦੀਆਂ ਕਿਸ਼ਤੀਆਂ ਵਾਲੀਆਂ ਜਿਹੜੇ ਕਿਸ਼ਤੀਆਂ ਦਾ ਹਾਲ ਹੁੰਦਾ ਹੈ, ਬਿਨਾਂ ਮਲਾਹ ਤੋਂ ਦਰਿਆ ਦੇ ਵਿੱਚ ਛੱਡੀ ਹੋਈ ਕਿਸ਼ਤੀ ਦਾ ਪਤਾ ਨਹੀਂ ਕਿਹੜੇ ਪਾਸੇ ਜਾਣਾ ਹੁੰਦਾ, ਉਹੀ ਕਹਾਣੀ ਦਾ ਹਾਲ ਹੁੰਦਾ। ਕਹਾਣੀਆਂ ਦੇ ਵਿੱਚ ਕਹਾਣੀ ਇੱਕ ਘਟਨਾ ਦੇ ਨਾਲ ਸ਼ੁਰੂ ਹੁੰਦੀ ਹੈ, ਘਟਨਾ ਦੇ ਨਾਲ ਹੋਰ ਘਟਨਾਵਾਂ ਜੁੜਦੀਆਂ, ਸਾਨੂੰ ਮਹਿਸੂਸ ਹੋਣ ਲੱਗਦਾ ਹੈ ਕਿ ਇਹ ਤਾਂ ਸਾਡੇ ਆਸੇ ਪਾਸੇ ਦੀ, ਸਾਡੇ ਜੀਵਨ ਦੀ ਹੀ ਗੱਲ ਕੀਤੀ ਜਾ ਰਹੀ ਹੈ। ਫਿਰ ਹੌਲੀ ਹੌਲੀ ਜਿਹੜੀ ਉਹ ਘਟਨਾਵਾਂ ਉਹ ਜੁੜਦੀਆਂ ਸਾਨੂੰ ਐਂ ਲੱਗਦਾ ਕਿ ਸਾਡੀ ਹੀ ਗੱਲ ਕਰਕੇ ਆ ਤਾਂ ਸਾਨੂੰ ਹੀ ਇੱਕ ਸਿੱਖਿਆ ਦੇ ਦਿੱਤੀ ਗਈ। ਤਾਂ ਇਸੇ ਤਰ੍ਹਾਂ ਪਿਆਰੇ ਵਿਦਿਆਰਥੀਓ ਕਹਾਣੀ ਦਾ ਉਦੇਸ਼ ਹੋਣਾ ਬਹੁਤ ਜ਼ਰੂਰੀ ਹੈ। ਉਦੇਸ਼ ਤੋਂ ਬਿਨਾਂ ਜਿਹੜੀ ਕਹਾਣੀ ਹੈ ਉਹਨੂੰ ਅਸੀਂ ਇੱਕ ਸੰਪੂਰਨ ਅਤੇ ਵਧੀਆ ਕਹਾਣੀ ਅਸੀਂ ਨਹੀਂ ਕਹਿ ਸਕਦੇ, ਨਾ ਹੀ ਉਹ ਕਹਾਣੀ ਸਾਨੂੰ ਮਜਬੂਰ ਕਰ ਸਕਦੀ ਹੈ ਕਿ ਅਸੀਂ ਇੱਕ ਬੈਠਕ ਦੇ ਵਿੱਚ ਉਸ ਨੂੰ ਪੜ੍ਹੀਏ। ਤਾਂ ਪਿਆਰੇ ਵਿਦਿਆਰਥੀਓ ਇਹ ਸੀ ਸਾਹਿਤ ਦੇ ਰੂਪ ਦੇ ਵਿੱਚ ਇੱਕ ਨਿੱਕੀ ਕਹਾਣੀ ਬਾਰੇ ਥੋੜ੍ਹੀ ਜਿਹੀ ਗੱਲਬਾਤ। ਉਮੀਦ ਆ ਤੁਸੀਂ ਨਿੱਕੀ ਕਹਾਣੀ ਬਾਰੇ ਆਪਣੀ ਥੋੜ੍ਹੀ ਜਿਹੀ ਸਮਝ ਜ਼ਰੂਰ ਵਿਕਸਿਤ ਕੀਤੀ ਹੋਵੇਗੀ। ਜ਼ਰੂਰ ਤੁਸੀਂ ਇਸ ਬਾਰੇ ਪੜ੍ਹਿਓ ਅਤੇ ਆਪਦੇ ਗਿਆਨ ਵਿੱਚ ਵਾਧਾ ਕਰਿਓ। ਮੇਰੇ ਵੱਲੋਂ ਸਾਰੇ ਹੀ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ।